हाँ जी दोस्तों, ਵੈਲਕਮ ਬੈਕ ਟੂ ਸਿੰਘ ਵਲੌਗਸ ਅਗੇਨ। ਦੋਸਤੋ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮਹਾਰਾਜ ਸਾਵਨ ਸਿੰਘ ਜੀ ਦੇ ਬਾਰੇ, ਜਿਨ੍ਹਾਂ ਨੂੰ ਦ ਗ੍ਰੇਟ ਮਾਸਟਰ ਵੀ ਕਿਹਾ ਜਾਂਦਾ ਸੀ ਤੇ ਬੜੇ ਮਹਾਰਾਜ ਵੀ ਕਿਹਾ ਜਾਂਦਾ ਹੈ। ਤੇ ਨਾਲ ਹੀ ਮੈਂ ਤੁਹਾਨੂੰ ਦੱਸੂਗਾ ਕੁਝ ਇਹੋ ਜਿਹੇ ਫੈਕਟਸ ਜੋ ਕਈ ਦੋਸਤਾਂ ਨੂੰ ਨਹੀਂ ਪਤਾ ਹੋਣਗੇ ਤੇ ਜਿਨ੍ਹਾਂ ਨੂੰ ਸੁਣ ਕੇ ਸਾਨੂੰ ਹੈਰਾਨੀ ਵੀ ਬਹੁਤ ਹੋ ਸਕਦੀ ਹੈ ਤੇ ਸਾਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੂ। ਦੋਸਤੋ, ਬਾਬਾ ਸਾਵਨ ਸਿੰਘ ਜੀ ਇੱਕ ਮਹਾਨ ਸਤਿਗੁਰੂ ਸੀ ਤੇ ਮਹਾਰਾਜ ਚਰਨ ਸਿੰਘ जी ਦੇ ਗੁਰੂ ਤੇ ਦਾਦਾ जी आप ही सी। बाबा सावन सिंह गरेवाल जी का जन्म 20 जुलाई 1858 को हुआ। विलेज जटाना, लुधियाना में उनकी माता जी के घर हुआ था। बाबा सावन सिंह जी का पैतृक गांव महमा सिंह वाला था, जो कि पंजाब के जिला लुधियाना में ही है। उनके पिता सूबेदार मेजर सरदार काबल सिंह गरेवाल और माता जीवनी कौर जी थी। उनका विवाह माता किशन कौर जी से हुआ और उनके 3 बच्चे थे, सरदार बचिंद सिंह, सरदार बसंत सिंह और सरदार हरबंस सिंह गरेवाल। उन्होंने थॉमसन कॉलेज ऑफ सिविल इंजीनियरिंग रुड़की से इंजीनियरिंग पास की और बाद में मिलिट्री इंजीनियरिंग सर्विस में शामिल हो गए। उन्होंने विभिन्न धर्मों के शास्त्रों का अध्ययन किया, लेकिन सिख धर्म की कुर्बानी के साथ एक मजबूत संबंध बनाए रखा। उनका बाबा काहन नाम के पेशावर के एक फ़कीर से संपर्क था, जिनसे उन्हें दीक्षा मिलने की उम्मीद थी, लेकिन उन्हें मना कर दिया गया। आपने एक बुक में फरमाया है कि बाबा काहन सिंह जी ने उन्हें कुछ अलौकिक शक्तियाँ दिखाई और बाबा सावन सिंह जी ने भी उनसे दीक्षा मांगी कि मुझ पर भी कृपा करें, लेकिन बाबा काहन ने कहा कि नहीं, वह कोई और है, ये मेरे पास नहीं है तुम्हारा हिस्सा। फिर जब बाबा सावन सिंह जी ने पूछा कि वह व्यक्ति कौन है, आप मुझे बताएं, मैं उनसे संपर्क कर सकूं, तो उन्होंने उत्तर में कहा कि जब समय आएगा वह खुद ब खुद तुम्हारे सामने आ जाएगा, वह खुद तुम्हें खोज लेगा। बाद में जब बाबा सावन सिंह जी मरी में तैनात थे तो उनकी मुलाकात जैमल सिंह से हुई, जिन्होंने अपने साथी से कहा कि वह सावन सिंह को दीक्षा देने आए हैं। बहुत दार्शनिक बहस चर्चा और जैमल सिंह जी के साथ कई सम्मेलनों के बाद बाबा सावन सिंह पूरी तरह से आश्वस्त हो गए और 15 अक्टूबर 1894 को सुरत शब्द योग के अभ्यास में जैमल सिंह जी से दीक्षा प्राप्त की। ਬਾਬਾ ਸਾਵਨ ਸਿੰਘ ਜੀ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਸੀ। ਆਪ ਫਾਰਸੀ, ਅਰਬੀ, ਹਿੰਦੀ ਤੇ ਹੋਰ ਵੀ ਕਈ ਭਾਸ਼ਾ ਜਾਣਦੇ ਸੀ ਤੇ ਇਹ ਸ਼ੌਂਕ ਉਹਨਾਂ ਦਾ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਜੋ ਉਸ ਟਾਈਮ ਪਰਮਾਰਥੀ ਕਿਤਾਬਾਂ ਹਰੇਕ ਧਰਮ ਦੇ ਉੱਤੇ ਬਹੁਤ ਮੁਸ਼ਕਿਲ ਨਾਲ ਮਿਲਦੀਆਂ ਹੁੰਦੀਆਂ ਸੀ ਤੇ ਬਹੁਤ ਜ਼ਿਆਦਾ ਕੀਮਤ ਵਿੱਚ, ਉਹ ਵੀ ਉਹ ਮੰਗਵਾਉਂਦੇ ਰਹਿੰਦੇ ਸੀ ਬਾਹਰਲੇ ਦੇਸ਼ੋਂ। ਜਿਵੇਂ ਉਸ ਟਾਈਮ ਪਲਟਨ ਵਿੱਚ ਅੰਗਰੇਜ਼ ਆਫੀਸਰਸ ਹੁੰਦੇ ਸੀ, ਉਹ ਵੀ ਆਪ ਜੀ ਦੀ ਬਹੁਤ ਇੱਜ਼ਤ ਕਰਿਆ ਕਰਦੇ ਸੀ। ਉਹਨਾਂ ਨੂੰ ਪਤਾ ਸੀ ਕਿ ਇਹ ਇੱਕ ਕਾਬਿਲ ਇੰਜੀਨੀਅਰ ਨੇ ਤੇ ਆਪ ਹਰੇਕ ਸਾਧੂ ਨਾਲ ਮਿਲਦੇ ਹੁੰਦੇ ਸੀ। ਉਹ ਸਾਰਿਆਂ ਦਾ ਆਦਰ ਸਤਿਕਾਰ ਕਰਦੇ ਸੀ ਤੇ ਬਿਨਾਂ ਕੋਈ ਝਿਜਕ ਹਰੇਕ ਨਾਲ ਗੱਲ ਕਰਦੇ ਸੀ ਤੇ ਪਰਮਾਰਥ ਉੱਤੇ ਚਰਚਾ ਕਰਦੇ ਹੁੰਦੇ ਸੀ। ਜੈਨ, ਬੌਧ ਧਰਮ, ਵਿਦਾਂਤੀ, ਮੁਸਲਿਮ ਧਰਮ ਦੇ ਸੰਤ ਫਕੀਰ, ਆਪ ਦਾ ਸਭ ਨਾਲ ਪ੍ਰੇਮ ਸੀ। ਉਹ ਨਾਮ ਦੀ ਖੋਜ ਵਿੱਚ ਸੀ, ਇੱਕ ਪੂਰੇ ਸਤਿਗੁਰੂ ਦੀ ਤਲਾਸ਼ ਵਿੱਚ। ਤੇ ਆਪ ਦਾ ਇਹ ਕਹਿਣਾ ਸੀ ਕਿ ਉਹ ਨਾਮ ਜੋ ਆਪਾਂ ਜ਼ਬਾਨ ਨਾਲ ਬੋਲਦੇ ਹਾਂ, ਉਹ ਪੂਰੀ ਸ੍ਰਿਸ਼ਟੀ ਦੀ ਕਾਇਨਾਤ ਕਿਵੇਂ ਕਰ ਸਕਦਾ। ਉਹ ਇਸ ਦੀ ਤਹਿ ਤੱਕ ਗਏ ਤੇ ਆਪ ਜੀ ਨੂੰ ਪੂਰਾ ਗੁਰੂ ਮਿਲ ਹੀ ਗਿਆ ਜਦੋਂ ਉਹ ਕੋਮਰੀ ਦੇ ਪਹਾੜ ਤੇ ਸੀ ਡਿਊਟੀ ਤੇ। ਉੱਥੇ ਉਹਨਾਂ ਦਾ ਮਿਲਾਪ ਬਾਬਾ ਜੈਮਲ ਸਿੰਘ ਜੀ ਨਾਲ ਹੋਇਆ। ਜੋ ਵੀ ਆਪ ਦੇ ਮਨ ਵਿੱਚ ਸਵਾਲ ਸੀ, ਉਹ ਸਾਰੇ ਸਵਾਲਾਂ ਦਾ ਜਵਾਬ ਆਪ ਜੀ ਨੂੰ ਮਿਲ ਗਿਆ ਸੀ। ਤੇ ਨਾਮਦਾਨ ਤੋਂ ਪਹਿਲਾਂ ਬਾਬਾ ਸਾਵਨ ਸਿੰਘ ਜੀ ਨੇ ਬਾਬਾ ਜੈਮਲ ਸਿੰਘ ਜੀ ਨੂੰ ਕਿਹਾ ਕਿ ਮੈਂ ਰਾਧਾ ਸਵਾਮੀ ਨਾਮ ਪਹਿਲੀ ਵਾਰ ਸੁਣਿਆ ਹੈ, ਮੈਨੂੰ ਰਾਧਾ ਸਵਾਮੀ ਨਾਮ ਨਾ ਦੇਣਾ। ਬਾਬਾ ਜੈਮਲ ਸਿੰਘ ਜੀ ਨੇ ਕਿਹਾ ਕਿ ਤੁਹਾਨੂੰ ਰਾਧਾ ਸਵਾਮੀ ਨਾਮ ਨਾਲ ਕਿਉਂ ਐਤਰਾਜ਼ ਹੈ, ਤੁਸੀਂ ਦੱਸ ਸਕਦੇ ਹੋ ਕਿ ਜਾਪ ਸਾਹਿਬ ਵਿੱਚ ਪਰਮਾਤਮਾ ਦੇ ਕਿੰਨੇ ਨਾਮ ਨੇ। ਤਾਂ ਆਪ ਨੇ ਕਿਹਾ ਕਿ ਮੈਨੂੰ ਮੂੰਹ ਜ਼ਬਾਨੀ ਤਾਂ ਯਾਦ ਨਹੀਂ, ਪਰ ਹੋਣਗੇ 1100 ਤੋਂ 1200 ਤੱਕ। ਫਿਰ ਬਾਬਾ ਜੈਮਲ ਸਿੰਘ ਜੀ ਨੇ ਕਿਹਾ ਕਿ ਜਦੋਂ ਉਹ ਪਰਮਾਤਮਾ ਦੇ ਨਾਮ ਨਾਲ ਤੁਹਾਨੂੰ ਕੋਈ ਐਤਰਾਜ਼ ਨਹੀਂ, ਤਾਂ ਰਾਧਾ ਸਵਾਮੀ ਨਾਮ ਨਾਲ ਐਤਰਾਜ਼ ਕਿਉਂ? ਇਹ ਵੀ ਇੱਕ ਪਰਮਾਤਮਾ ਦਾ ਨਾਮ ਹੈ ਜੋ ਉਸ ਪਰਮਾਤਮਾ ਦੇ ਪਿਆਰ ਵਿੱਚ ਰੱਖਿਆ ਗਿਆ ਹੈ ਸਵਾਮੀ ਜੀ ਮਹਾਰਾਜ ਦੁਆਰਾ। ਤਾਂ ਇਹ ਸੁਣ ਕੇ ਆਪ ਸੰਤੁਸ਼ਟ ਹੋਏ ਤੇ ਨਾਮਦਾਨ ਪ੍ਰਾਪਤ ਕੀਤਾ। ਦੋਸਤੋ, ਉਹਨਾਂ ਦੀ ਜ਼ਿੰਦਗੀ ਦੇ ਹੋਰ ਵੀ ਬਹੁਤ ਰੋਚਕ ਕਿੱਸੇ ਆਉਂਦੇ ਨੇ ਜੋ ਆਪ ਜੀ ਦੇ ਨਾਲ ਰਹਿੰਦੇ ਹੁੰਦੇ ਸੀ। ਉਹਨਾਂ ਨੇ ਦੱਸਿਆ ਹੈ ਜੋ ਧਰਤੀ ਉੱਤੇ ਸਵਰਗ, ਇਹ ਬੁੱਕ ਦਾ ਸਕਰੀਨਸ਼ਾਟ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਸਾਵਨ ਸਿੰਘ ਜੀ ਸਾਰੀ ਰਾਤ ਭਜਨ ਕਰਿਆ ਕਰਦੇ ਸੀ ਤੇ ਨੀਂਦ ਆਉਣ ਦੀ ਵਜ੍ਹਾ ਨਾਲ ਉਹ ਖੜੇ ਹੋ ਕੇ ਵੀ ਭਜਨ ਕਰਿਆ ਕਰਦੇ ਸੀ। ਉਸ ਲਈ ਉਹਨਾਂ ਨੇ ਇੱਕ 5 ਫੁੱਟ ਦੀ ਬੈਰਾਗਨ ਬਣਵਾਈ ਸੀ, ਜਿਸ ਨਾਲ ਉਹ ਰਾਤ ਨੂੰ ਖੜੇ ਹੋ ਕੇ ਭਜਨ ਸਿਮਰਨ ਕਰ ਸਕਦੇ ਸੀ। सावन सिंह जी 1911 में डेरा बाबा जैमल सिंह ब्यास में सरकारी पेंशन पर सेवानिवृत्त हुए। बाबा जैमल सिंह जी का शिविर, जहां जैमल सिंह 1891 में बस गए थे, उनके मंत्रालय के दौरान डेरे का बहुत विस्तार हुआ।
स्थायी निवासियों और मेहमानों दोनों के लिए घरों के साथ एक पुस्तकालय और एक सत्संग हॉल। सावन सिंह जी ने भारत के विभाजन के सांप्रदायिक प्रलय के पीड़ितों को आश्रय दिया। उनके अनुयायियों में हिंदू, मुस्लिम, सिख, ईसाई और पहली बार हजारों विदेशी शामिल हुए। उन्होंने अमेरिका, इंग्लैंड, स्विट्जरलैंड, जर्मनी से दीक्षा दी थी, जिनमें से सबसे उल्लेखनीय अमेरिकी चिकित्सक सर्जन डॉक्टर जूलियन जॉनसन और आयुर्वेदिक ऑस्टियोपैथिक डॉक्टर रैंडोल्फ स्टोन और स्विस चिकित्सक होम्योपैथ डॉक्टर पियरे स्मिथ हैं। महाराज सावन सिंह जी ने कई पुस्तकें लिखी, जैसे रहस्यवादी पूर्व के किस्से, आध्यात्मिक रत्न, मास्टर्स का दर्शन, मेरा सबमिशन, संतमत पर प्रवचन, द डॉन ऑफ लाइट, शब्द की महिमा के शब्द। ਬਾਬਾ ਸਾਵਨ ਸਿੰਘ ਜੀ ਨੇ ਆਪਣੀ ਸੰਗਤ ਨੂੰ ਨਾਮ ਦੀ ਭਗਤੀ ਵਿੱਚ ਲਾਇਆ ਕਿ ਅਸਲ ਨਾਮ ਦੀ ਭਗਤੀ ਕੀ ਹੈ ਤੇ ਅਸਲ ਤਰੀਕਾ ਕੀ ਹੈ ਤੇ ਕੀ ਨਿਯਮ ਇਸ ਸੰਤਮਤ ਵਿੱਚ ਵਰਤਣੇ ਚਾਹੀਦੇ ਆ, ਉਹ ਲੋਕਾਂ ਅੱਗੇ ਰੱਖੇ। ਤੇ ਜੋ ਵੀ ਜਿਗਿਆਸੂ ਬਾਬਾ ਸਾਵਨ ਸਿੰਘ ਜੀ ਕੋਲ ਆਉਂਦਾ ਸੀ ਉਹ ਸੰਤੁਸ਼ਟ ਹੋ ਕੇ ਜਾਂਦਾ ਸੀ। ਆਪ ਜੀ ਕੋਲ ਵਿਦੇਸ਼ੀ ਸਤਸੰਗੀ ਵੀ ਬਹੁਤ ਆਉਂਦੇ ਸੀ ਤੇ ਉਹਨਾਂ ਦੇ ਹਰੇਕ ਪ੍ਰਸ਼ਨ, ਹਰੇਕ ਪਹਿਲੂ ਤੋਂ ਆਪ ਖੋਲ ਕੇ ਸਮਝਾਉਂਦੀ ਸੀ। ਆਪ ਜੀ ਨੇ ਜੋ ਪੱਤਰ ਲਿਖੇ ਆ, ਜੋ ਸੰਗਤ ਉਹਨਾਂ ਨੂੰ ਰੂਹਾਨੀਅਤ ਭਰੇ ਸਵਾਲ ਪੁੱਛਦੀ ਸੀ, ਉਹਨਾਂ ਸਵਾਲਾਂ ਜਵਾਬਾਂ ਦੀ ਇੱਕ ਬੁੱਕ ਬਣਾਈ ਗਈ ਹੈ। ਉਸ ਤੋਂ ਪਤਾ ਲੱਗਦਾ ਹੈ। ਆਪ ਫਰਮਾਉਂਦੇ ਹੁੰਦੇ ਸੀ ਕਿ ਜੇ ਸਿਰ ਕਟਾ ਕੇ ਵੀ ਪੂਰੇ ਗੁਰੂ ਤੋਂ ਨਾਮਦਾਨ ਮਿਲੇ ਤਾਂ ਵੀ ਸੌਦਾ ਸਸਤਾ ਹੈ। ਪ੍ਰੇਮ ਔਰ ਪਿਆਰ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਾਮੁਮਕਿਨ ਹੈ। ਭਜਨ ਸਿਮਰਨ ਕਰਨਾ ਭਰੀ ਜਵਾਨੀ 'ਚ ਮਰਨ ਦੇ ਸਮਾਨ ਹੈ। ਰਾਤ ਭਰ ਜਾਗਣਾ, ਘੱਟ ਖਾਣਾ, ਘੱਟ ਬੋਲਣਾ, ਲੋਕਾਂ ਨਾਲ ਘੱਟ ਮਿਲਣਾ, ਇਹ ਕੰਮ ਕੋਈ ਵਿਰਲਾ ਹੀ ਕਰ ਸਕਦਾ ਹੈ। ਆਪ ਵਿੱਚ ਬਹੁਤ ਹੀ ਨਿਮਰਤਾ ਸੀ। ਆਪ ਸਾਰੇ ਨਾਲ ਪ੍ਰੇਮ ਔਰ ਪਿਆਰ ਨਾਲ ਪੇਸ਼ ਆਉਂਦੇ ਸੀ ਤੇ ਕੰਮ ਤੋਂ ਥੱਕਣਾ ਆਪ ਜੀ ਨੇ ਸਿੱਖਿਆ ਹੀ ਨਹੀਂ ਸੀ। ਜਦ ਵੀ ਆਪ ਦੂਜੀਆਂ ਸਟੇਟਾਂ 'ਚ ਸਤਸੰਗ ਕਰਨ ਲਈ ਜਾਂਦੇ ਹੁੰਦੇ ਸੀ ਤਾਂ ਕਈ ਵਾਰ ਇੱਕ ਦਿਨ 'ਚ 2-2 ਘੰਟਿਆਂ ਦੇ 3-3 ਸਤਸੰਗ ਵੀ ਕਰਿਆ ਕਰਦੇ ਸੀ। ਤਾਂ ਆਪ ਜੀ ਦੇ ਨਾਲ ਜੋ ਸੇਵਾਦਾਰ ਹੁੰਦੇ ਸੀ, ਉਹਨਾਂ ਦੇ ਬੇਨਤੀ ਕਰਨ ਤੇ ਆਪ ਕਹਿੰਦੇ ਕਿ ਇਹ ਸਰੀਰ ਤੋਂ ਜਿੰਨਾ ਕੰਮ ਲੈ ਸਕੀਏ ਉਨਾ ਲੈਣਾ ਚਾਹੀਦਾ ਹੈ। ਸੰਗਤ ਦੀ ਸੇਵਾ ਸਭ ਤੋਂ ਉੱਤਮ ਕਾਰਜ ਹੈ। ਤੇ ਕਈ ਵਾਰ ਸਤਸੰਗ ਕਰਨ ਲਈ ਆਪ ਜੀ ਨੂੰ ਇਹੋ ਜਿਹੇ ਦੁਰਲਭ ਇਲਾਕਿਆਂ 'ਚ ਜਾਣਾ ਪੈਂਦਾ ਸੀ, ਕਈ ਪਹਾੜੀ ਇਲਾਕਿਆਂ 'ਚ, ਜਿੱਥੇ ਆਪ ਪੈਦਲ ਹੀ ਚੱਲਦੇ ਰਹਿੰਦੇ ਸੀ, ਕਿੰਨੇ ਮੀਲ ਦੀ ਦੂਰੀ ਤੈਅ ਕਰਦੇ ਸੀ। This life is for working out that fate. If in this life we give ourselves to devotion, we will not come again, but we will go back to our home. This life is for the purpose of ending our coming back into this world. There is no doubt we are weak and have neither faith or love, and there is also one hope to sustain us, that he may take pity on us and forgive our sins. We have taken refuge at his holy feet, and deservedly or undeservedly we are his children. दोस्तों, 2 अप्रैल 1948 को 89 वर्ष की आयु में बाबा सावन सिंह जी ये स्थूल शरीर और संसार को छोड़कर चले गए ਤੇ ਮਹਾਰਾਜ ਜਗਤ ਸਿੰਘ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਗਏ। ਦੋਸਤੋ, ਜਿੱਥੇ ਮਹਾਰਾਜ ਸਾਵਨ ਸਿੰਘ ਜੀ ਨੇ ਜਨਮ ਲਿਆ ਸੀ, ਜਿਵੇਂ ਤੁਸੀਂ ਪਹਿਲਾਂ ਸੁਣਿਆ, ਪਿੰਡ ਜਟਾਣਾ, ਉੱਥੇ ਮੈਂ ਜਾ ਕੇ ਆ ਚੁੱਕਿਆ ਵਾ ਤੇ ਉਸ ਦਾ ਵਲੌਗ ਤੁਸੀਂ ਦੇਖ ਸਕਦੇ ਹੋ, ਜਿਸ ਵਿੱਚ ਮੈਂ ਉਹ ਘਰ, ਉਹ ਕਮਰਾ ਵੀ ਦਿਖਾਇਆ ਹੈ ਜਿੱਥੇ ਉਹਨਾਂ ਨੇ ਜਨਮ ਲਿਆ ਸੀ। ਉਹ ਵਲੌਗ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਦੇਖਣ ਨੂੰ ਮਿਲ ਜੂਗਾ, ਮੈਂ ਲਿੰਕ ਪਾ ਦੂੰਗਾ। ਤੇ ਨਾਲ ਹੀ ਤੁਸੀਂ ਮਹਿਮਾ ਸਿੰਘ ਵਾਲਾ, ਜੋ ਉਹਨਾਂ ਦਾ ਜੱਦੀ ਪਿੰਡ ਸੀ, ਉਹ ਵੀ ਦੇਖ ਸਕਦੇ ਹੋ ਤੁਸੀਂ, ਪਰ ਉਹ ਕਾਫੀ ਮਹੀਨੇ ਪੁਰਾਣੀ ਵੀਡੀਓ ਹੈ। ਤੇ ਉੱਦਾਂ ਹੀ ਤੁਸੀਂ ਸਿਰਸਾ ਸਿਕੰਦਰਪੁਰ ਦਾ ਵਲੌਗ ਵੀ ਦੇਖ ਸਕਦੇ ਹੋ। ਤੇ ਵੀਡੀਓ ਪਸੰਦ ਆਉਂਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ। ਮੈਂ ਤੁਹਾਡਾ ਦੋਸਤ ਤੇ ਚੈਨਲ ਹੋਸਟ ਦਵਿੰਦਰ ਸਿੰਘ। ਮਿਲਦਾ ਅਗਲੀ ਵੀਡੀਓ 'ਚ। ਟੇਕ ਕੇਅਰ, ਬਾਏ ਬਾਏ।